हाँ जी बेटा, लास्ट टॉपिक जो आप पढ़िया सी वो सीगा लाइन ऑर्गेनाइजेशन। जो अज आप टॉपिक डिस्कस करना वो है फंक्शनल ऑर्गेनाइजेशन, जिसनों कि आप स्टाफ ऑर्गेनाइजेशन भी कह दें। द कंसैप्ट ऑफ फंक्शनल ऑर्गेनाइजेशन वॉज सजैसटड बाय F.W. टेलर, द फादर ऑफ साइंटिफिक मैनेजमेंट। ਜਿਹੜਾ फंक्शनल ऑर्गेनाइजेशन का कंसैप्ट सीगा ये F.W. टेलर द्वारा दिता गया, जिसनों कि आप साइंटिफिक मैनेजमेंट का फादर भी बोलते हैं। As the very name suggests, functional organization is formed by grouping together the entire work into different functional departments। ਇਹਦੇ ਕਰੇ ਜਿਵੇਂ ਨੇਮ ਤੋਂ ਕਲੀਅਰ ਆ, ਇਹਦੇ ਵਿੱਚ ਫੰਕਸ਼ਨ ਮਤਲਬ ਕੰਮ, ਤਾਂ ਅਸੀਂ ਕੀ ਕਰਨਾ ਇੰਟਾਇਰ ਵਰਕ ਨੂੰ ਸਾਰੇ ਕੰਮ ਨੂੰ ਉਹਦੇ ਗਰੁੱਪ ਬਣਾ ਲੈਣੇ ਆ ਤੇ ਉਸ ਤੋਂ ਬਾਅਦ ਉਹਨੂੰ ਫੰਕਸ਼ਨਲ ਡਿਪਾਰਟਮੈਂਟਸ ਦੇ ਵਿੱਚ ਕੰਮ ਨੂੰ ਵੰਡ ਦੇਣਾ ਵਾ, ਮਤਲਬ ਅਲੱਗ-ਅਲੱਗ ਕੰਮ ਦੇ ਬੇਸ ਤੇ ਡਿਪਾਰਟਮੈਂਟ ਬਣਾ ਲੈਣੇ ਆ। all related activities are grouped together under one head। ਇੱਕੋ ਜਿਹਾ ਕੰਮ ਆ ਜਿਹੜੇ ਜਾਂ ਇੱਕੋ ਜਿਹੀਆਂ ਐਕਟੀਵਿਟੀਜ਼ ਨੇ ਉਹਨਾਂ ਨੂੰ ਗਰੁੱਪ ਕਰ ਲੈਣਾ ਤੇ ਉਸ ਨੂੰ ਫਿਰ ਇੱਕ ਪਰਸਨ ਨੂੰ ਦੇ ਦੇਣਾ, ਮਤਲਬ ਉਹਦੇ ਅੰਡਰ ਉਹ ਕੰਮ ਹੋਊਗਾ। ਦਿਸ ਅਪਰੋਚ ਇਜ਼ ਬੇਸਡ ਔਨ ਸਪੈਸ਼ਲਾਈਜੇਸ਼ਨ ਵੇਅਰ ਸਪੈਸ਼ਲਿਸਟ ਆਰ ਅਪੁਆਇੰਟਡ ਹੂ ਕੈਨ ਐਕਸਰਸਾਈਜ਼ ਦਾ ਰਿਕੁਆਇਰਡ ਅਮਾਊਂਟ ਆਫ ਅਥੋਰਿਟੀ ਓਵਰ ਦੇਅਰ ਸਬੋਰਡੀਨੇਟਸ। ਹੁਣ ਜਿਹੜੀ ਸਟਾਫ ਔਰਗੇਨਾਈਜੇਸ਼ਨ ਆ ਇਹਦੇ ਵਿੱਚ ਮੇਨ ਕਿਹੜੀ ਚੀਜ਼ ਦੇ ਉੱਪਰ ਫੋਕਸ ਕੀਤਾ ਜਾਂਦਾ ਉਹ ਹੈ ਸਪੈਸ਼ਲਾਈਜੇਸ਼ਨ, ਕਿਉਂਕਿ ਇੱਥੇ ਸਪੈਸ਼ਲਿਸਟ ਲੋਕਾਂ ਨੂੰ ਅਪੁਆਇੰਟ ਕੀਤਾ ਜਾਂਦਾ, ਨਾਲ ਉਹਨਾਂ ਨੂੰ ਅਥੋਰਿਟੀ ਵੀ ਦਿੱਤੀ ਜਾਂਦੀ ਆ ਤਾਂ ਕਿ ਉਹ ਆਪਦੇ ਸਬੋਰਡੀਨੇਟਸ ਤੋਂ ਕੰਮ ਕਰਵਾ ਸਕਣ। ਸੋ ਇੰਸਟੈਡ ਆਫ ਹੈਵਿੰਗ ਵਨ ਬੌਸ ਦ ਸਬੋਰਡੀਨੇਟਸ ਆਰ ਅੰਡਰ ਦ ਕੰਟਰੋਲ ਆਫ ਵੇਰੀਅਸ ਸਪੈਸ਼ਲਿਸਟਸ। ਹੁਣ ਇਹਦੇ ਵਿੱਚ ਇਹ ਦੱਸਿਆ ਗਿਆ ਕਿ ਇਹਦੇ ਵਿੱਚ ਕੰਮ ਜਿਹੜਾ ਹੈ ਜਾਂ ਸਬੋਰਡੀਨੇਟ ਜਿਹੜੇ ਹੈਗੇ ਆ ਉਹ ਇੱਕ ਬੌਸ ਦੇ ਅੰਡਰ ਨਹੀਂ ਹੁੰਦੇ, ਠੀਕ ਆ। ਉਹਨਾਂ ਦੇ ਉੱਪਰ ਕੀ ਹੁੰਦੇ ਆ, ਸਪੈਸ਼ਲਿਸਟ ਲੋਕ ਹੁੰਦੇ ਆ ਜਿਨ੍ਹਾਂ ਨੂੰ ਕਿ ਉਹਨਾਂ ਨੇ ਜਵਾਬ ਦੇਣਾ ਹੁੰਦਾ। Each worker is accountable to more than one superior, thus violating completely the principle of unity of command। ਹੁਣ ਇਹਦੇ ਵਿੱਚ ਹਰ ਇੱਕ ਵਰਕਰ ਜਵਾਬਦੇਹ ਆ ਇੱਕ ਤੋਂ ਜ਼ਿਆਦਾ ਸੁਪੀਰੀਅਰਸ ਨੂੰ। ਸੁਪੀਰੀਅਰ ਕੌਣ ਸੀ? ਸਪੈਸ਼ਲਿਸਟ ਉਹਨਾਂ ਦੇ। ਤਾਂ ਇਹਦੇ ਵਿੱਚ ਕੰਪਲੀਟਲੀ ਜਿਹੜਾ ਯੂਨਿਟੀ ਆਫ ਕਮਾਂਡ ਨਾਂ ਦਾ ਪ੍ਰਿੰਸੀਪਲ ਆ ਉਹ ਐਪਲੀਕੇਬਲ ਨਹੀਂ ਹੁੰਦਾ। ਹੁਣ ਦੇਖੋ ਟੇਲਰ ਨੇ ਸੁਜੈਸਟ ਕੀਤੇ ਸੀਗੇ ਡਿਵੀਜ਼ਨ ਆਫ ਸੁਪਰਵਾਈਜ਼ਰੀ ਅਥੋਰਿਟੀ ਇਨਟੂ 2 ਗਰੁੱਪਸ। ਇਹ ਆਪਾਂ ਆਲਰੇਡੀ ਪਹਿਲਾਂ ਜਦੋਂ ਟੇਲਰ ਦੁਆਰਾ ਜਿਹੜੇ ਪ੍ਰਿੰਸੀਪਲ ਦਿੱਤੇ ਗਏ ਸੀ ਆਪਾਂ ਉਹ ਵੀ ਪੜ੍ਹੇ ਸੀਗੇ, ਤਾਂ ਉਹਨਾਂ ਦੇ ਵਿੱਚ ਵੀ ਆਪਾਂ ਇਹ ਪੜ੍ਹ ਚੁੱਕੇ ਹਾਂ। ਪਹਿਲਾ ਹੈ ਆਫਿਸ ਸਪੈਸ਼ਲਿਸਟ ਕੰਸਰਨਡ ਵਿਦ ਡਿਜ਼ਾਈਨਿੰਗ, ਸਕੈਜੂਲਿੰਗ, ਰਿਕਾਰਡਿੰਗ ਐਂਡ ਪਲੈਨਿੰਗ ਆਫ ਦਾ ਵਰਕ। ਜਿਹੜੇ ਆਫਿਸ ਸਪੈਸ਼ਲਿਸਟ ਹੁੰਦੇ ਨੇ ਇਹ ਕਾਹਦੇ ਨਾਲ ਰਿਲੇਟਡ ਹੁੰਦੇ ਨੇ? ਵਰਕ ਨੂੰ ਡਿਜ਼ਾਈਨ ਕਰਨ ਦੇ ਨਾਲ, ਜਾਂ ਕੀ ਟਾਈਮ ਟੇਬਲ ਹੋਊਗਾ ਸਕੈਜੂਲ ਬਣਾਉਣ ਦੇ ਨਾਲ, ਜਾਂ ਰਿਕਾਰਡਿੰਗ ਕਰਨੀ ਆ ਜਾਂ ਪਲਾਨ ਕਰਨਾ ਵਰਕ ਨੂੰ, ਠੀਕ ਆ। ਹੁਣ ਆਫਿਸ ਸਟਾਫ ਦੇ ਵਿੱਚ ਕੌਣ ਕੌਣ ਆਉਂਦੇ ਆ? ਪਹਿਲਾ ਹੈ ਰੂਟ ਕਲਰਕ, ਰਿਸਪੋਂਸੀਬਲ ਫॉर ਪਲੈਨਿੰਗ ਦਾ ਰੂਟ ਫਰੋਮ ਵੇਅਰ ਦਾ ਵਰਕ ਪਾਸਿਸ ਫਰੋਮ ਮਸ਼ੀਨ ਟੂ ਮਸ਼ੀਨ। ਇਹ ਉਹ ਪਰਸਨ ਆ ਜਿਹੜਾ ਇੱਕ ਰੂਟ ਬਣਾਉਂਦਾ ਵਾ, ਠੀਕ ਆ, ਵੀ ਕਿਹੜੀ ਮਸ਼ੀਨ ਤੋਂ ਕਿਹੜੀ ਮਸ਼ੀਨ ਤੱਕ ਗਾਂ ਕੰਮ ਹੋਊਗਾ, ਮਤਲਬ ਇੱਕ ਪਹਿਲੇ ਸਟੈਪ 'ਤੇ ਕੀ ਹੋਊਗਾ ਫਿਰ ਦੂਜੇ 'ਤੇ ਕੀ ਹੋਊਗਾ, ਠੀਕ ਆ। ਸੋ ਇਹ ਉਹ ਪਰਸਨ ਆ। ਨੈਕਸਟ ਆਪਣੇ ਕੋਲ ਹੈਗਾ ਵਾ ਇੰਸਟਰਕਸ਼ਨ ਕਲਰਕ, ਇੰਸਟਰਕਸ਼ਨ ਕਾਰਡ ਕਲਰਕ। ਹੁਣ ਦੇਖੋ ਧਿਆਨ ਨਾਲ, ਰਿਕਾਰਡ ਇੰਸਟਰਕਸ਼ਨਸ ਫॉर ਡੂਇੰਗ ਈਚ ਪੀਸ ਆਫ ਵਰਕ। ਇਹ ਪਰਸਨ ਕੀ ਕਰਦਾ? ਰਿਕਾਰਡ ਕਰਦਾ ਜੋ ਵੀ ਹਦਾਇਤਾਂ ਦਿੱਤੀਆਂ ਗਈਆਂ ਵੀ ਹਰ ਇੱਕ ਕੰਮ ਨੂੰ ਕਰਨ ਦੇ ਲਈ ਕਿਵੇਂ ਕਿਵੇਂ ਜਿਹੜੀਆਂ ਇੰਸਟਰਕਸ਼ਨਸ ਦਿੱਤੀਆਂ ਗਈਆਂ। ਥਰਡ ਹੈਗਾ ਟਾਈਮ ਐਂਡ ਕੋਸਟ ਕਲਰਕ। ਟਾਈਮ ਐਂਡ ਕੋਸਟ ਕਲਰਕ ਦਾ ਕੀ ਕੰਮ ਹੁੰਦਾ? ਲੇਸ ਡਾਊਨ ਦਾ ਸਟੈਂਡਰਡ ਟਾਈਮ ਫॉर ਕੰਪਲੀਟਿੰਗ ਦਾ ਵਰਕ। ਮਤਲਬ ਇਹ ਟਾਈਮ ਮੈਂਸ਼ਨ ਕਰਦਾ ਵੀ ਇੱਕ ਸਟੈਂਡਰਡ ਟਾਈਮ ਸੈੱਟ ਕਰਦਾ ਵੀ ਕਿੰਨੇ ਟਾਈਮ 'ਚ ਤੁਸੀਂ ਕੰਮ ਨੂੰ ਕੰਪਲੀਟ ਕਰਨਾ ਹੈ। ਨੈਕਸਟ ਹੈਗਾ ਵਾ ਡਿਸਪਲਿਨੇਰੀਅਨ, ਇੰਸ਼ੋਰ ਦਾ ਇੰਪਲੀਮੈਂਟੇਸ਼ਨ ਆਫ ਰੂਲਸ ਐਂਡ ਰੈਗੂਲੇਸ਼ਨ। ਮਤਲਬ ਜਿਹੜਾ ਡਿਸਿਪਲਿਨ ਨੂੰ ਮੇਨਟੇਨ ਕਰਦਾ, ਠੀਕ ਆ। ਸੋ ਇਹ ਕੀ ਪਰਸਨ ਕਰਦਾ? ਇਹਦੀ ਇਹ ਇੰਪਲੀਮੈਂਟੇਸ਼ਨ ਕਰਦਾ ਵਾ ਰੂਲਸ ਐਂਡ ਰੈਗੂਲੇਸ਼ਨਸ ਦੀ, ਮਤਲਬ ਰੂਲਸ ਅਤੇ ਰੈਗੂਲੇਸ਼ਨਸ ਨੂੰ ਲਾਗੂ ਕਰਨ ਦੇ ਵਿੱਚ ਹੈਲਪ ਕਰਦਾ। ਨੈਕਸਟ ਹੈਗਾ ਸੈਕਿੰਡ ਟਾਈਪ, ਉਹ ਹੈ ਸ਼ੋਪ ਸਪੈਸ਼ਲਿਸਟ ਕੰਸਰਨਡ ਵਿਦ ਗਾਈਡਿੰਗ ਐਂਡ ਸੁਪਰਵਾਈਜ਼ਿੰਗ ਦਾ ਵਰਕ ਇਨ ਅ ਫੈਕਟਰੀ ਸ਼ੋਪ। ਸੋ ਇਹ ਕਾਹਦੇ ਨਾਲ ਰਿਲੇਟਡ ਨੇ? ਗਾਈਡ ਕਰਦੇ ਆ ਜਾਂ ਸੁਪਰਵਾਈਜ਼ ਕਰਦੇ ਆ ਵੀ ਫੈਕਟਰੀ ਦੇ ਵਿੱਚ ਕੰਮ ਕਿਵੇਂ ਹੋ ਰਿਹਾ। ਇਹਦੇ ਵਿੱਚ ਪਹਿਲਾਂ ਆਉਂਦਾ ਗੈਂਗ ਬੌਸ, ਰਿਸਪੋਂਸੀਬਲ ਫॉर ਅਰੇਂਜਿੰਗ ਮਸ਼ੀਨਸ ਐਂਡ ਟੂਲਸ ਐਟ ਵਰਕ। ਜਿਹੜਾ ਗੈਂਗ ਬੌਸ ਆ ਇਹਦਾ ਮੇਨ ਕੰਮ ਕੀ ਆ? ਮਸ਼ੀਨਸ ਨੂੰ ਅਰੇਂਜ ਕਰਨਾ ਜਾਂ ਟੂਲਸ ਵਗੈਰਾ ਅਰੇਂਜ ਕਰਨੇ ਤਾਂ ਕਿ ਕੰਮ ਨੂੰ ਕੀਤਾ ਜਾ ਸਕੇ। ਨੈਕਸਟ ਹੈ ਸਪੀਡ ਬੌਸ, ਡਿਟਰਮਿਨ ਦਾ ਸਪੀਡ ਐਟ ਵਿਚ ਵਰਕ ਸ਼ੁੱਡ ਗੋ ਔਨ। ਜਿਹੜਾ ਸਪੀਡ ਬੌਸ ਆ ਉਹਦੀ ਮੇਨ ਡਿਊਟੀ ਇਹ ਹੁੰਦੀ ਆ ਕਿ ਕਿੰਨੀ ਕੁ ਸਪੀਡ 'ਤੇ ਡੇਲੀ ਬੇਸਿਸ 'ਤੇ ਉੱਥੇ ਕੰਮ ਹੁੰਦਾ ਰਹੂਗਾ, ਮਤਲਬ ਨਾ ਬਹੁਤਾ ਸਲੋ ਹੋਵੇ ਨਾ ਬਹੁਤ ਜ਼ਿਆਦਾ ਤੇਜ਼ ਹੋਵੇ। ਨੈਕਸਟ ਹੈ ਰਿਪੇਅਰ ਬੌਸ, ਇੰਸ਼ੋਰਸ ਦੈਟ ਮਸ਼ੀਨਸ ਐਂਡ ਟੂਲਸ ਆਰ ਮੇਨਟੇਨਡ ਇਨ ਪ੍ਰੋਪਰ ਕੰਡੀਸ਼ਨ। ਰਿਪੇਅਰ ਬੌਸ ਐਜ਼ ਜਿਵੇਂ ਇਹਦੇ ਨੇਮ ਤੋਂ ਹੀ ਕਲੀਅਰ ਆ, ਇਹ ਉਹ ਪਰਸਨ ਹੁੰਦਾ ਜਿਹੜਾ ਮਸ਼ੀਨਸ ਨੂੰ ਜਾਂ ਟੂਲਸ ਨੂੰ ਉਹਨਾਂ ਦੀ ਪ੍ਰੋਪਰ ਕੰਡੀਸ਼ਨ 'ਚ ਮੇਨਟੇਨ ਕਰਨ 'ਚ ਹੈਲਪ ਕਰਦਾ ਵਾ। ਨੈਕਸਟ ਹੈ ਇੰਸਪੈਕਟਰ, ਇੰਸ਼ੋਰਸ ਦੈਟ ਵਰਕ ਇਜ਼ ਡਨ ਅਕੋਰਡਿੰਗ ਟੂ ਦਾ ਪ੍ਰੀ ਡਿਟਰਮਾਈਨਡ ਸਟੈਂਡਰਡਸ।
ਜਿਹੜਾ ਇੰਸਪੈਕਟਰ ਮਤਲਬ ਜਿਹਨੂੰ ਆਪਾਂ ਸੁਪਰਵਾਈਜ਼ਰ ਵੀ ਕਹਿ ਸਕਦੇ ਹਾਂ, ਤਾਂ ਇਹ ਮੇਨ ਇਨਸ਼ੋਰ ਕਰਦਾ ਵਾ ਜਿਹੜਾ ਵਰਕ ਆ ਜਿਵੇਂ ਕਿ ਪਹਿਲਾਂ ਤੋਂ ਸੈੱਟ ਕੀਤੇ ਹੋਏ ਸਟੈਂਡਰਡਸ ਆ ਉਹਦੇ ਅਕੋਰਡਿੰਗ ਹੋ ਰਿਹਾ ਜਾਂ ਨਹੀਂ। ਹੁਣ ਦੇਖੋ ਇਹਦੇ ਵਿੱਚ ਇਹਨਾਂ ਨੇ ਬਾਅਦ ਵਿੱਚ ਸੀਕੁਐਂਸ ਬਣਾ ਕੇ ਦੱਸੀ ਹੈ। ਸਭ ਤੋਂ ਪਹਿਲਾਂ ਜਿਵੇਂ ਬੋਰਡ ਆਫ ਡਾਇਰੈਕਟਰਸ ਹੁੰਦੇ ਆ, ਉਹਦੇ ਅੰਡਰ ਕੌਣ ਆਉਣਗੇ? ਚੀਫ ਐਗਜ਼ੈਕਟਿਵ, ਦੈਨ ਵਰਕਸ ਮੈਨੇਜਰ, ਦੈਨ ਪ੍ਰੋਡਕਸ਼ਨ ਸੁਪਰਵਾਈਜ਼ਰ। ਹੁਣ ਇਹਦੇ ਅੰਡਰ ਜਿਹੜੇ ਆਹ ਵਾਲੇ ਸਪੈਸ਼ਲਿਸਟ ਜਿਹੜੇ ਆਪਾਂ ਕਹੇ ਆ, ਜਿਹੜੇ ਬੌਸ ਵਗੈਰਾ, ਉਹ ਇੱਥੇ ਆਉਂਦੇ ਆ, ਠੀਕ ਆ। ਰੂਟ ਕਲਰਕ ਹੋ ਗਿਆ, ਇੰਸਪੈਕਸ਼ਨ ਕਾਰਡ ਕਲਰਕ ਹੋ ਗਿਆ, ਅਤੇ ਟਾਈਮ ਐਂਡ ਕੋਸਟ ਕਲਰਕ, ਡਿਸਪਲਿਨੇਰੀਅਨ, ਗੈਂਗ ਬੌਸ, ਰਿਪੇਅਰ, ਸਪੀਡ ਇੰਸਪੈਕਟਰ, ਠੀਕ ਆ। ਇਹ ਸਾਰੇ ਹੋ ਗਏ। ਤਾਂ ਇਹ ਜਿਹੜੇ ਹੈ ਪਰਸਨ ਕੌਣ ਨੇ? ਇਹ ਸਾਰੇ ਇਹਨਾਂ ਨੂੰ ਜਿਹੜੇ ਪਹਿਲੇ 4 ਆ ਇਹਨਾਂ ਨੂੰ ਕੀ ਬੋਲਦੇ ਆ ਆਪਾਂ? ਆਫਿਸ ਸਪੈਸ਼ਲਿਸਟ। ਜਿਹੜੇ ਲਾਸਟ ਵਾਲੇ 4 ਆ ਉਹਨਾਂ ਨੂੰ ਆਪਾਂ ਬੋਲਦੇ ਹਾਂ ਸ਼ਾਪ ਸਪੈਸ਼ਲਿਸਟ। ਸੋ ਇਹਨਾਂ ਦੇ ਅੰਡਰ ਵਰਕਰ ਨੇ ਜਿਹੜੇ ਉਹ ਕੰਮ ਕਰਦੇ ਨੇ, ਠੀਕ ਆ। ਨੈਕਸਟ ਦੇਖੋ, ਹੁਣ ਨੈਕਸਟ ਦੇ ਵਿੱਚ ਉਹਨਾਂ ਨੇ ਕਿਹਾ ਵਾ ਕਿ ਸਰਕਮਸਟਾਂਸਿਸ ਇਨ ਵਿਚ ਫੰਕਸ਼ਨਲ ਔਰਗੇਨਾਈਜੇਸ਼ਨ ਇਜ਼ ਮੋਰ ਸੁਟੇਬਲ। ਜਿਹੜੀ ਫੰਕਸ਼ਨਲ ਔਰਗੇਨਾਈਜੇਸ਼ਨ ਹੈ ਇਹ ਕਿਹੜੀ ਜਗ੍ਹਾ 'ਤੇ ਜ਼ਿਆਦਾ ਸੁਟੇਬਲ ਹੈ? ਫੰਕਸ਼ਨਲ ਔਰਗੇਨਾਈਜੇਸ਼ਨ ਇਜ਼ ਮੋਰ ਸੁਟੇਬਲ ਅੰਡਰ ਫੋਲੋਇੰਗ ਸਰਕਮਸਟਾਂਸਿਸ। ਹੇਠ ਲਿਖੀਆਂ ਜਿਹੜੀ ਕੰਡੀਸ਼ਨਸ ਨੇ ਉਹਨਾਂ ਦੇ ਵਿੱਚ ਇਹ ਜ਼ਿਆਦਾ, ਜੇ ਆਪਾਂ ਕਹਿ ਦਈਏ, ਐਪਲੀਕੇਬਲ ਹੈ। ਪਹਿਲੀ ਹੈ ਨੀਡ ਫॉर ਸਪੈਸ਼ਲਾਈਜੇਸ਼ਨ। ਸੋ ਜਿੱਥੇ ਵੀ ਸਾਨੂੰ ਲੱਗਦਾ ਵੀ ਅਸੀਂ ਸਪੈਸ਼ਲਾਈਜੇਸ਼ਨ ਕਰਨੀ ਆ ਤਾਂ ਉੱਥੇ ਇਹ ਐਪਲੀਕੇਬਲ ਆ। whenever high degree of specialization is needed, the functional organization is the best form of organization। ਜਿੱਥੇ ਸਾਨੂੰ ਲੱਗਦਾ ਕਿ ਸਾਡੇ ਕੰਮ ਦੇ ਵਿੱਚ ਸਪੈਸ਼ਲਾਈਜੇਸ਼ਨ ਦੀ ਜ਼ਰੂਰਤ ਹੈ ਤਾਂ ਸਾਨੂੰ ਉੱਥੇ ਫੰਕਸ਼ਨਲ ਔਰਗੇਨਾਈਜੇਸ਼ਨ ਅਪਣਾਉਣੀ ਚਾਹੀਦੀ ਆ, ਨਾ ਕਿ ਲਾਈਨ ਔਰਗੇਨਾਈਜੇਸ਼ਨ। ਨੈਕਸਟ ਹੈ ਗਰੋਥ ਐਂਡ ਐਕਸਪੈਂਸ਼ਨ ਆਫ ਔਰਗੇਨਾਈਜੇਸ਼ਨ। ਇਨ ਕੇਸ an enterprise is following the objective of growth and expansion, the functional organization can be highly suitable। ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਬਿਜ਼ਨਸ ਅੱਗੇ ਗਰੋ ਕਰੇ, ਐਕਸਪੈਂਡ ਕਰੇ, ਤਾਂ ਉਸ ਜਗ੍ਹਾ ਦੇ ਉੱਪਰ ਵੀ ਜਿਹੜੀ ਫੰਕਸ਼ਨਲ ਔਰਗੇਨਾਈਜੇਸ਼ਨ ਹੈ ਉਹ ਜ਼ਿਆਦਾ ਸੁਟੇਬਲ ਹੈ। ਨੈਕਸਟ ਹੈ ਨੀਡ ਫॉर ਸਟ੍ਰਿਕਟ ਸੁਪਰਵਿਜ਼ਨ। ਜਿੱਥੇ ਸਾਨੂੰ ਲੱਗਦਾ ਵੀ ਸਾਨੂੰ ਬਹੁਤ ਕਲੋਜ਼ਲੀ ਸੁਪਰਵਾਈਜ਼ ਕਰਨ ਦੀ ਜਾਂ ਬਹੁਤ ਸਖਤੀ ਨਾਲ ਸੁਪਰਵਿਜ਼ਨ ਦੀ ਲੋੜ ਹੈ। ਵੇਅਰ ਦੇਅਰ ਇਜ਼ ਨੀਡ ਫॉर ਸਟ੍ਰਿਕਟ ਸੁਪਰਵਿਜ਼ਨ, ਦ ਐਂਟਰਪ੍ਰਾਈਜ਼ ਸ਼ੁੱਡ ਅਡੋਪਟ ਫੰਕਸ਼ਨਲ ਔਰਗੇਨਾਈਜੇਸ਼ਨ। ਜਿੱਥੇ ਸਾਨੂੰ ਲੱਗਦਾ ਵੀ ਸਾਨੂੰ ਕਲੋਜ਼ਲੀ ਓਬਜ਼ਰਵ ਕਰਨ ਦੀ ਲੋੜ ਹੈ ਆਪਦੇ ਵਰਕਰਸ ਨੂੰ, ਤਾਂ ਸਾਨੂੰ ਜਿਹੜੀ ਫੰਕਸ਼ਨਲ ਔਰਗੇਨਾਈਜੇਸ਼ਨ ਆ ਉਹਨੂੰ ਕੀ ਕਰਨਾ ਚਾਹੀਦਾ? ਅਡੋਪਟ ਕਰਨਾ ਚਾਹੀਦਾ। ਇਟ ਇਜ਼ ਸੋ ਬਿਕੋਜ਼ ਫੰਕਸ਼ਨਲ ਹੈਡਸ ਕੈਨ ਪਰਫੋਰਮ ਦ ਫੰਕਸ਼ਨ ਆਫ ਸੁਪਰਵਿਜ਼ਨ ਮੋਰ ਐਫੀਸ਼ੀਐਂਟਲੀ। ਇਹਦਾ ਰੀਜ਼ਨ ਕੀ ਆ? ਜਿਹੜੇ ਫੰਕਸ਼ਨਲ ਹੈਡਸ ਹੁੰਦੇ ਨੇ ਇਹ ਕੀ ਕਰਦੇ ਆ? ਸੁਪਰਵਿਜ਼ਨ ਦਾ ਕੰਮ ਬਹੁਤ ਵਧੀਆ ਤਰੀਕੇ ਨਾਲ ਕਰ ਸਕਦੇ ਨੇ। ਨੈਕਸਟ ਦੇਖੋ ਲਾਸਟ ਪੁਆਇੰਟ, ਰਿਡਕਸ਼ਨ ਇਨ ਵਰਕਲੋਡ ਆਫ ਟੋਪ ਮੈਨੇਜਰਸ। ਹੁਣ ਇਹਦੇ ਵਿੱਚ ਕੀ ਹੈ? ਜਿੱਥੇ ਆਪਾਂ ਚਾਹੀਏ ਵੀ ਸਾਡੇ ਜਿਹੜੇ ਟੋਪ ਮੈਨੇਜਰਸ ਨੇ ਉਹਨਾਂ ਦਾ ਵਰਕਲੋਡ ਘੱਟ ਜੇ। If the workload of the top manager is to be reduced, even then the functional form of organization is more suitable। ਸੋ ਜੇ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਟੌਪ ਲੈਵਲ ਦੇ ਮੈਨੇਜਰਸ ਨੇ ਉਹਨਾਂ ਦਾ ਵਰਕਲੋਡ ਘੱਟ ਜੇ, ਤਾਂ ਉੱਥੇ ਵੀ ਜਿਹੜੀ ਫੰਕਸ਼ਨਲ ਫਾਰਮ ਆਫ ਔਰਗੇਨਾਈਜੇਸ਼ਨ ਆ ਉਹ ਜ਼ਿਆਦਾ ਸੁਟੇਬਲ ਹੈ। ਸੋ it is in the above circumstances that functional organization is more suitable to be adopted। ਸੋ ਹੇਠ ਲਿਖੇ ਜਿਹੜੇ ਉੱਪਰ ਲਿਖੇ ਅਬਵ ਮੈਂਸ਼ਨ ਕਾਰਨ ਨੇ ਉਹਨਾਂ ਕਰਕੇ ਸਾਨੂੰ ਜਿਹੜੀਆਂ ਉੱਪਰਲੀ ਸਿਚੁਏਸ਼ਨਸ ਦੇ ਵਿੱਚ ਕੀ ਕਰਨੀ ਚਾਹੀਦੀ ਆ? ਫੰਕਸ਼ਨਲ ਔਰਗੇਨਾਈਜੇਸ਼ਨ ਹੀ ਅਡੋਪਟ ਕਰਨੀ ਚਾਹੀਦੀ ਆ। ਹੁਣ ਨੈਕਸਟ ਵੀਡੀਓ ਦੇ ਵਿੱਚ ਬੇਟਾ ਆਪਾਂ ਜਿਹੜੀਆਂ ਐਡਵਾਂਟੇਜਸ ਐਂਡ ਡਿਸਐਡਵਾਂਟੇਜਸ ਡਿਸਕਸ ਕਰਾਂਗੇ। ਅੱਜ ਲਈ ਇੰਨਾ ਹੀ ਆ। ਥੈਂਕ ਯੂ।